ਜਦੋਂ ਕੇਂਦਰ ਦੀ ਸਰਕਾਰ ਅਨਾਜ ਵਾਲੀ ਸਕੀਮ ਜੋ ਗਰੀਬਾਂ ਤੱਕ ਪਹੁੰਚਦੀ ਹੈ, ਮੁਫਤ ਅਨਾਜ ਜਿਸ ਦੇ ਜ਼ਰੀਏ ਮਿਲਦਾ ਹੈ, ਜਦੋਂ ਉਸ ਸਕੀਮ ਦਾ ਦਾਇਰਾ ਤੇ ਸਮਾਂ ਵਧਾ ਦਿੱਤਾ ਜਾਵੇ ਫਿਰ ਫਰਕ ਤਾਂ ਪੈਂਦਾ ਹੈ। ਜੀ ਹਾਂ, ਸ਼ੁਰੂਆਤ ਇੱਥੋਂ ਹੀ ਕਰਨ ਜਾ ਰਹੇ ਹਾਂ। ਵੱਡੀ ਖਬਰ ਹੈ, ਕੇਂਦਰ ਦੀ ਸਰਕਾਰ ਦੇ ਵੱਡੇ ਫੈਸਲੇ ਦੇ ਨਾਲ ਜੁੜੀ ਹੋਈ। ਮੋਦੀ ਕੈਬਨਿਟ ਨੇ ਵੱਡਾ ਫੈਸਲਾ ਲੈਂਦੇ ਹੋਏ 1 ਸਾਲ ਫ੍ਰੀ ਅਨਾਜ ਵਾਲੀ ਯੋਜਨਾ ਨੂੰ ਵਧਾ ਦਿੱਤਾ ਹੈ। ਅਗਲੇ ਸਾਲ ਵੀ ਗਰੀਬਾਂ ਨੂੰ ਫ੍ਰੀ ਅਨਾਜ ਮਿਲੇਗਾ ਔਰ ਸਰਕਾਰ ਦਾ ਦਾਅਵਾ ਹੈ ਕਿ 81 ਕਰੋੜ ਗਰੀਬਾਂ ਨੂੰ ਇਸ ਦਾ ਫਾਇਦਾ ਹੋਏਗਾ। ਇਹ ਫੈਸਲਾ ਨੰਬਰ 1 ਹੈ। ਫੈਸਲਾ ਨੰਬਰ 2, OROP ਦਾ 1 ਰੈਂਕ 1 ਪੈਨਸ਼ਨ ਦੇ ਵਿੱਚ ਵੀ ਕੇਂਦਰ ਨੇ ਵੱਡਾ ਬਦਲਾਅ ਕੀਤਾ ਹੈ। ਹੁਣ 25,13,000 ਰਿਟਾਇਰਡ ਫੌਜੀ OROP ਦੇ ਦਾਇਰੇ ਦੇ ਵਿੱਚ ਆਣਗੇ। ਪਹਿਲਾਂ 20 ਲੱਖ ਦਾ ਹੀ ਦਾਇਰਾ ਸੀ, ਪਰ ਹੁਣ 25 ਲੱਖ ਤੱਕ, 25 ਲੱਖ ਤੋਂ ਵੀ ਜ਼ਿਆਦਾ ਜੋ ਸਾਡੇ ਕੋਲ ਜਾਣਕਾਰੀ ਹੈ, 25,13,000 ਫੌਜੀ ਆਉਣਗੇ। ਤਾਂ ਵੱਡੀ ਖਬਰ ਹੈ। ਦੋ ਅਹਿਮ ਖਬਰਾਂ ਤੁਹਾਨੂੰ ਦੱਸ ਰਹੇ ਹਾਂ ਕੇਂਦਰ ਦੀ ਸਰਕਾਰ ਦੇ ਨਾਲ ਜੁੜੀਆਂ ਹੋਈਆਂ। ਪਹਿਲੀ ਖਬਰ ਇਹ ਹੈ ਕਿ 1 ਸਾਲ ਦੇ ਲਈ ਮੁਫਤ ਅਨਾਜ ਜਿਹੜਾ ਗਰੀਬਾਂ ਨੂੰ ਮਿਲ ਰਿਹਾ ਉਹ ਮਿਲੇਗਾ। ਅੰਤੋਦੈ ਸਕੀਮ ਜਿਹੜੀ ਆ ਉਹ ਅਗਲੇ ਸਾਲ ਵੀ ਲਾਗੂ ਰਹੇਗੀ। ਸਿੱਧਾ 1 ਸਾਲ ਦੇ ਲਈ ਵਧਾ ਦਿੱਤੀ ਗਈ ਹੈ। ਕੋਵਿਡ ਦੇ ਦੌਰਾਨ ਇਸ ਨੂੰ ਸ਼ੁਰੂ ਕੀਤਾ ਗਿਆ ਤੇ ਉਸ ਨੂੰ ਲਗਾਤਾਰ ਸਰਕਾਰ ਵਧਾਉਂਦੀ ਆ ਰਹੀ ਹੈ। ਤੇ ਦੂਜੀ ਵੱਡੀ ਖਬਰ ਹੈ OROP ਨੂੰ ਲੈ ਕੇ, ਜਿਹੜੇ ਸਾਬਕਾ ਫੌਜੀ ਨੇ, OROP ਨੂੰ ਲੈ ਕੇ ਵੱਡੀ ਖਬਰ ਹੈ ਕਿ ਬਹੁਤ ਸਾਰੇ ਜਿਹੜੇ ਰਿਟਾਇਰਡ ਫੌਜੀ ਨੇ ਉਹ ਇਸ ਸਕੀਮ ਦੇ ਅੰਡਰ ਨਹੀਂ ਆ ਰਹੇ ਸੀ, ਕਿਉਂਕਿ ਇੱਕ 20 ਲੱਖ ਵਾਲਾ ਕੈਪ ਸੀ, ਪਰ ਉਸ ਨੂੰ ਵਧਾ ਕੇ ਵੀ ਹੁਣ 25,13,000 ਤੱਕ ਕਰ ਦਿੱਤਾ ਗਿਆ। ਯਾਨੀ ਕਿ ਸਿੱਧੇ ਤੌਰ ਦੇ ਉੱਤੇ ਬਹੁਤ ਸਾਰੇ ਜਿਹੜੇ ਰਿਟਾਇਰਡ ਫੌਜੀ ਨੇ ਉਹਨਾਂ ਨੂੰ ਰਾਹਤ ਕੇਂਦਰ ਦੀ ਸਰਕਾਰ ਦੇ ਇਸ ਫੈਸਲੇ ਦੇ ਨਾਲ ਮਿਲੇਗੀ। नरेंद्र मोदी जी की सरकार ने किया जो वर्षों से लंबी मांग थी, 30 वर्ष से लंबी मांग को पूरा करने का काम 1 रैंक 1 पेंशन का मोदी जी की ही सरकार ने किया था। और आपको ज्ञात होगा कि 7 नवंबर 2015 को डिफेंस फोर्सेस के कार्मिकों एवं फैमिली पेंशनर्स के लिए 1 रैंक 1 पेंशन स्कीम को जारी किया था और इसे 1 जुलाई 2014 की तिथि से प्रभावी रूप से लागू किया गया था। आज उसमें रिवीजन की गई है और इसमें जो 20,60,220 पेंशनर्स को 1 रैंक 1 पेंशन का लाभ मिलता था, उसके अलावा 1/7/2014 से 1/7/2014 के बाद सेवानिवृत्त होने वाले पर्सनल्स को मिलाकर अब इसकी संख्या 25,13,002 बन जाएगी। प्रधानमंत्री गरीब कल्याण अन्न योजना के तहत 28 महीने तक, जब तक थोड़ी आर्थिक स्थितियां पूरी तरीके से नॉर्मल नहीं हुई, पूरी तरीके से रेगुलर स्थिति नहीं बनी, तब तक माननीय प्रधानमंत्री नरेंद्र मोदी जी ने 28 महीने तक 80 करोड़ भारतवासियों को, गरीबों को 5 किलो प्रति महीना अधिक अनाज देकर एक प्रकार से इस पूरे समय में कोई भी व्यक्ति को भूखा ना सोना पड़े, कोई व्यक्ति को अनाज की कमी ना महसूस हो, इसको सुनिश्चित किया। अब एक बहुत बड़ा ऐतिहासिक फैसला आज माननीय प्रधानमंत्री नरेंद्र मोदी जी के नेतृत्व में केंद्र कैबिनेट ने किया है। ਤਾਂ ਗਰੀਬਾਂ ਤੱਕ ਇਹ ਅਨਾਜ ਪਹੁੰਚਦਾ ਰਹੇਗਾ। ਉਧਰ OROP ਦਾ ਫਾਇਦਾ ਬਹੁਤ ਸਾਰੇ ਹੋਰ ਰਿਟਾਇਰਡ ਫੌਜੀਆਂ ਨੂੰ ਵੀ ਮਿਲੇਗਾ। ਖੈਰ, ਜਦੋਂ ਗਰੀਬਾਂ ਤੱਕ ਕੇਂਦਰ ਦੀ ਸਰਕਾਰ ਰਾਹਤ ਸਿੱਧੇ ਤੌਰ ਤੇ ਪਹੁੰਚੇ ਫਿਰ ਫਰਕ ਤਾਂ ਪੈਂਦਾ ਹੈ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਖਬਰ ਸਿੱਕਿਮ ਤੋਂ ਹੈ। ਮੰਦਭਾਗੀ ਖਬਰ ਹੈ। ਸਿੱਕਿਮ ਦੇ ਜੇਮਾ ਦੇ ਵਿੱਚ ਆਰਮੀ ਦਾ ਟਰੱਕ ਡੂੰਗੀ ਖੱਡ ਦੇ ਵਿੱਚ ਡਿੱਗ ਗਿਆ ਤੇ ਇਸ ਦੀ ਵਜ੍ਹਾ ਦੇ ਨਾਲ ਦੇਸ਼ ਦੇ 16 ਜਵਾਨਾਂ ਦੀ ਮੌਤ। ਫੌਜ ਦੀ ਗੱਡੀ ਇੱਕ ਤਿੱਖੇ ਮੋੜ ਦੇ ਉੱਤੇ ਤਿਲਕ ਗਈ ਅਤੇ ਸਿੱਧਾ ਖੱਡ ਦੇ ਵਿੱਚ ਜਾ ਡਿੱਗੀ। ਇਸ ਗੱਡੀ ਦੇ ਨਾਲ ਆਰਮੀ ਦੇ 2 ਵੈਨ ਹੋਰ ਵੀ ਸੀ। ਤਿੰਨੋਂ ਗੱਡੀਆਂ ਸਵੇਰੇ ਚਟਨ ਤੋਂ ਥੰਗੂ ਦੇ ਲਈ ਨਿਕਲੀਆਂ ਸੀ। ਫੌਜ ਦੀ ਰੈਸਕਿਊ ਟੀਮ ਨੇ 4 ਜ਼ਖਮੀ ਜਵਾਨਾਂ ਨੂੰ 에ਅਰਲਿਫਟ ਕੀਤਾ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ਦੇ ਉੱਤੇ ਦੁੱਖ ਜਤਾਇਆ ਅਤੇ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਨੇ ਜਾਨ ਗਵਾਉਣ ਵਾਲੇ ਜਵਾਨਾਂ ਦੇ ਪਰਿਵਾਰ ਨੂੰ ਪ੍ਰਧਾਨ ਮੰਤਰੀ ਰਾਹਤ ਕੋਸ਼ ਤੋਂ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਵੀ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਹਾਦਸੇ ਦੇ ਉੱਤੇ ਦੁੱਖ ਜਤਾਇਆ ਅਤੇ ਮ੍ਰਿਤਕ ਜਵਾਨਾਂ ਦੇ ਪਰਿਵਾਰ ਦੇ ਲਈ ਸੰਵੇਦਨਾ ਜ਼ਾਹਰ ਕੀਤੀ ਅਤੇ ਕਿਹਾ ਕਿ ਜ਼ਖਮੀ ਜਵਾਨਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ
ਫੌਜੀਆਂ ਦੀ ਮੌਤ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ। ਤੇ ਮੰਦਭਾਗੀ ਖਬਰ ਆਈ ਜਿੱਥੇ 16 ਜਵਾਨਾਂ ਦੀ ਮੌਤ ਹੋ ਗਈ। उधर सिक्किम हादसे दे नाल जुड़ी एक बड़ी खबर यह भी है कि सिक्किम हादसे दे विच पंजाब दा भी एक जवान शहीद हो गया है। जी हां, नायब सूबेदार ओमकार सिंह शहीद होए ने। पठानकोट दे रहन वाले सी कि हादसे दे विच हरियाणा दे रहन वाले 3 जवान भी शहीद होए ने। सड़क हादसे दे विच फौज दे 16 जवानां दी मौत हुई है। डूंगी खड़ दे विच डिग्गिया फौज दा ट्रक जो कि छातीन तो थांगू दे वल जा रहा सी ते हादसे दे विच 3 जीसीओ भी शहीद हुए ने। सिक्किम दे जेमा इलाके दी पूरी घटना। इस घटना दे विच पंजाब हरियाणा दा असीं जिक्र करिए तां पंजाब दे ओमकार नायब सूबेदार ओमकार सिंह शहीद हो गए ने। पठानकोट दे रहन वाले सन वो ते उधर हरियाणा दे भी 3 जवान शहीद हुए ने इस दर्दनाक हादसे दे विच। मुख्यमंत्री ने ट्वीट किया है। मुख्यमंत्री भगवंत मान ने इस पूरे हादसे के उत्ते दुख का प्रगटावा किया। उन्होंने लिखा कि सिक्किम विखे 16 जवानों के नाल भरिया ट्रक डूंगी खड्ड दे विच डिग्गण की खबर दुखदाई है। बहादुर जवानों के परिवारों के नाल दिलों हमदर्दी प्रगट करदा हाँ। परमात्मा अगे जवानों की आत्मिक शांति के लिए अरदास ते परिवारों नूं हौसला हिम्मत का बल बख्शण। जख्मी जवानों की जल्दी सेहतयाबी की भी कामना। ਹੁਣ ਅੱਗੇ ਵਧਦਿਆਂ ਤੇ ਗੱਲ ਹੋਵੇਗੀ ਸਿੱਧੂ ਮੂਸੇਵਾਲਾ ਦੇ ਪਿੰਡ ਮਾਨਸਾ ਮੂਸਾ ਪਿੰਡ ਦੀ। ਮਾਨਸਾ ਪੁਲਿਸ ਸਿੱਧੂ ਮੂਸੇਵਾਲਾ ਦੇ ਘਰ ਦੇ ਆਲੇ ਦੁਆਲੇ ਅਚਾਨਕ ਸੁਰੱਖਿਆ ਵਧਾਉਂਦੀ ਹੋਈ ਨਜ਼ਰ ਆਈ। ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਅੱਗੇ ਪੁਲਿਸ ਨੇ ਸੁਰੱਖਿਆ ਹੈ ਜਿਹੜੀ ਅੱਜ ਤੋਂ ਵਧਾ ਦਿੱਤੀ ਹੈ। ਖਬਰ ਹੈ ਕਿ ਸਿੱਧੂ ਦੇ ਪਰਿਵਾਰ ਨੂੰ ਧਮਕੀ ਅਤੇ ਸੁਰੱਖਿਆ ਏਜੰਸੀਆਂ ਤੋਂ ਮਿਲੀ ਇਨਪੁਟ ਤੋਂ ਬਾਅਦ ਘਰ ਦੇ ਆਲੇ ਦੁਆਲੇ ਸੁਰੱਖਿਆ ਨੂੰ ਵਧਾਇਆ ਗਿਆ ਹੈ। बेसिकली ना मॉक ड्रिल ਅਸੀਂ ਕਰਦੇ ਹੁੰਦੇ ਆ ਕਿਸੇ ਸੈਂਸਿਟਿਵ ਪਲੇਸ ਤੇ ਆਉਣ ਵਾਲੇ ਟਾਈਮ ਤੇ ਅਗਰ ਕੋਈ ਕੰਟੀਨਜੈਂਸੀ ਹੋ ਜੇ ਅਸੀਂ ਇਹਦੇ ਤੇ ਐਫੀਸ਼ੀਐਂਟਲੀ ਰਿਸਪੌਂਡ ਕਰ ਪਾਵਾਂਗੇ। ਅਗਰ ਜਿੱਥੇ ਸਾਨੂੰ ਲੈਕਣਾ ਲੱਗਦਾ ਉਹਨੂੰ ਅਸੀਂ ਇੰਪਰੂਵ ਕਰਦੇ ਹਾਂ। ਪੁਲਿਸ ਨੇ ਪਿੰਡ ਮੂਸਾ ਨੂੰ ਸੀਲ ਕਰ ਦਿੱਤਾ ਤੇ ਹਰ ਆਉਣ ਜਾਣ ਵਾਲੇ ਦੀ ਤਲਾਸ਼ੀ ਲਈ ਜਾ ਰਹੀ ਹੈ। ਇਸ ਇਨਪੁਟ ਤੋਂ ਬਾਅਦ ਹੁਣ ਪੰਜਾਬ ਪੁਲਿਸ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦੀ। ਹਵੇਲੀ ਦੇ ਬਾਹਰ ਦ੍ਰਿਸ਼ ਦਿਖਾਉਣੇ ਆ ਕਿ ਪੁਲਿਸ ਨੇ ਪੱਕੇ ਨਾਕੇ ਲਗਾ ਲਏ ਹੈ ਤੇ ਵੱਡੀ ਪੱਧਰ ਤੇ ਫੋਰਸ ਹੈ ਜਿਹੜੀ ਤਾਇਨਾਤ ਕੀਤੀ ਗਈ ਹੈ ਤੇ ਆਲੇ ਦੁਆਲੇ ਹੈ ਜਿਹੜੇ ਨਾਕੇ ਉਹ ਪੱਕੇ ਤੌਰ ਤੇ ਲਾ ਦਿੱਤੇ ਗਏ ਹੈ। ਸਿੱਧੂ ਮੂਸੇਵਾਲਾ ਦੇ ਘਰ ਦੇ ਬਾਹਰ ਕਰੀਬ 150 ਜਵਾਨ ਤਾਇਨਾਤ ਕੀਤੇ ਗਏ ਨੇ ਜੋ 24 ਘੰਟੇ ਘਰ ਅਤੇ ਪਰਿਵਾਰ ਨੂੰ ਸੁਰੱਖਿਆ ਦੇਣਗੇ। ਉੱਥੇ ਘਰ ਦੇ ਬਾਹਰ ਨਿਗਰਾਨੀ ਦੇ ਲਈ LMG ਲੱਗੀ ਗੱਡੀ ਵੀ ਖੜੀ ਕਰ ਦਿੱਤੀ ਗਈ ਹੈ। ਪਿੰਡ ਨੂੰ ਆਉਣ ਜਾਣ ਵਾਲੀਆਂ ਸੜਕਾਂ ਦੇ ਉੱਤੇ ਨਾਕੇ ਲਗਾਏ ਗਏ ਨੇ। ਗੱਡੀਆਂ ਦੀ ਤਲਾਸ਼ੀ ਲਈ ਜਾ ਰਹੀ ਹੈ ਅਤੇ ਲੋਕਾਂ ਤੋਂ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਤਾਂ ਇਨਪੁਟਸ ਦਾ ਜ਼ਿਕਰ ਹੋ ਰਿਹਾ ਤੇ ਉਸ ਤੋਂ ਬਾਅਦ ਇਹ ਸੁਰੱਖਿਆ ਦੇ ਵਿੱਚ ਇਜ਼ਾਫਾ ਕੀਤਾ ਗਿਆ ਹੈ। ਖੈਰ ਜਦੋਂ ਇਨਪੁਟਸ ਹੋਣ ਤੇ ਉਸ ਤੋਂ ਬਾਅਦ एहतियात के तौर के उत्ते करड़े कदम प्रशासन के वल्लों चुक ले जाण फिर फर्क तां पैंदा है। हुण अगे वधदे ते गल होवेगी पाकिस्तान की 6 फुटी साजिश की। जी हां, BSF ने अमृतसर BOP पुल मोरा सैक्टर दे विच एक होर ड्रोन नूं मार डिगाया है ते ड्रोन बहुत वड्डा सी जो तस्वीरां तुहानूं दिखा रहे हां, करीब 6 फुट का। ਸਵੇਰੇ ਤਕਰੀਬਨ 7:45 ਦੇ ਉੱਤੇ BSF ਦੇ ਜਵਾਨ ਸਰਹੱਦ ਦੇ ਉੱਤੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਹਨਾਂ ਨੂੰ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਆਵਾਜ਼ ਸੁਣਦੇ ਹੀ ਜਵਾਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਨਾਂ ਦੀ ਗੋਲੀ ਡਰੋਨ ਨੂੰ ਡਿਗਾਉਣ ਦੇ ਵਿੱਚ ਸਫਲ ਰਹੀ। ਡਰੋਨ ਦੇ ਟੁਕੜੇ ਖੇਤਾਂ ਦੇ ਵਿੱਚ ਬਿਖਰ ਗਏ ਜਿਸ ਨੂੰ ਜਵਾਨਾਂ ਨੇ ਜ਼ਬਤ ਕਰ ਲਿਆ ਹੈ। ਡਿੱਗਿਆ ਗਿਆ ਇਹ ਡਰੋਨ 6 ਫੁੱਟ ਦਾ ਦੱਸਿਆ ਜਾ ਰਿਹਾ ਹੈ। ਇੰਨਾ ਹੀ ਨਹੀਂ, ਇਸ ਦੇ ਵਿੱਚ ਲੱਗੀ ਬੈਟਰੀ ਵੀ ਕਾਫੀ ਵੱਡੀ ਹੈ। ਦੱਸਿਆ ਜਾ ਰਿਹਾ ਹੈ ਕਿ ਡਰੋਨ ਆਪਣੇ ਨਾਲ 25 ਕਿਲੋਗ੍ਰਾਮ ਤੱਕ ਭਾਰ ਚੁੱਕਣ ਦੀ ਕੈਪੈਸਿਟੀ ਰੱਖਦਾ ਹੈ। ड्रोन दिखण दे विच काफी वड्डा ते वख नजर आया। फिलहाल ड्रोन जब्त करके जांच दे लई भेजिया गया है ताकि फ्लाइंग रिकॉर्ड नूं खंगालिया जा सके। इस तो इलावा इलाके 'च सर्च मुहिम चलाई जा रही है। हो सकदा है कि ड्रोन अपने नाल नशे दी खेप लिआया होवे जिस नूं किते खेतां दे विच पहलां ही सुੱਟ दिता गया होवे। ਤਾਂ लगातार है कि ड्रोन पंजाब वाले पासे आउंदे ने, भारत वाले पासे आउंदे ने ते इस दे विच नशे दी खेप दा जिक्र हो रिहा, हथियारां दी भी। खैर जो बहुत बड़े बड़े ड्रोन के जरिए एक घुसपैठ की कोशिश की जाए और ये लगातार होवे, देखो किन्ने ड्रोन पाकिस्तान वाले पासे तो आए जिन्होंने डिगा दिता गया, पर बावजूद इसके रोज रात को उड़ान भरते हैं ये ड्रोन, खास तौर पर धुंध के मौसम के विच। अगली खबर का रुख करते हैं। पंजाब पुलिस ने सूबे भर दे विच पब्लिक प्लेसिस के उत्ते जो जनतक थावां ने भीड़ भाड़ वालियां उन्हां दे उत्ते सर्च ऑपरेशन चलाया।
ਭਾਰੀ ਪੁਲਿਸ ਫੋਰਸ ਦੇ ਨਾਲ ਡੌਗ ਸਕੁਐਡ ਨੂੰ ਲੈ ਕੇ ਅਧਿਕਾਰੀਆਂ ਨੇ ਰੇਲਵੇ ਸਟੇਸ਼ਨ ਅਤੇ ਬੱਸ ਅੱਡਿਆਂ ਦੇ ਉੱਤੇ ਜਾ ਕੇ ਲੋਕਾਂ ਦੇ ਬੈਗ ਸਮਾਨ ਨੂੰ ਚੈੱਕ ਕੀਤਾ। ਇੰਨਾ ਹੀ ਨਹੀਂ, ਪੁਲਿਸ ਨੇ 2 ਪਹੀਆ ਵਾਹਨਾਂ ਦੇ ਪਾਰਕਿੰਗ ਵਾਲੀ ਥਾਂ ਨੂੰ ਵੀ ਚੰਗੇ ਤਰੀਕੇ ਨਾਲ ਚੈੱਕ ਕੀਤਾ। ਪੁਲਿਸ ਨੇ ਇਸ ਨੂੰ ਆਪਰੇਸ਼ਨ ਈਗਲ ਨਾਮ ਦਿੱਤਾ ਸੀ। ਜਿੰਨੇ ਵੀ ਚੰਡੀਗੜ੍ਹ ਤੋਂ ਆਉਂਦੇ ਕੀ ਕਹਿੰਦੇ ਰਸਤੇ ਹੈ ਉਹਨਾਂ ਨੂੰ ਅਸੀਂ ਪ੍ਰੋਪਰ ਬੈਰੀਕੇਡਿੰਗ ਕਰਕੇ ਤੇ ਇਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਸਾਰੇ। ਇਸ ਆਪਰੇਸ਼ਨ ਚੈਕਿੰਗ ਦੇ ਦੌਰਾਨ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਨਾਕੇਬੰਦੀਆਂ ਵੀ ਕੀਤੀਆਂ ਗਈਆਂ ਅਤੇ ਆਉਣ ਜਾਣ ਵਾਲੀਆਂ ਗੱਡੀਆਂ ਦੀ ਚੈਕਿੰਗ ਵੀ ਹੋਈ। ਚਾਰੇ ਰੇਲਵੇ ਸਟੇਸ਼ਨ ਪੈਂਦੇ ਆ ਤੇ ਜਿੰਨੇ ਬੱਸ ਸਟੈਂਡ ਪੈਂਦੇ ਆ ਉੱਥੇ ਭਾਰੀ ਮਾਤਰਾ 'ਚ ਅਸੀਂ ਫੋਰਸ ਲਾ ਕੇ ਜਿਹੜੇ ਸਸਪੀਸ਼ੀਅਸ ਐਲੀਮੈਂਟਸ ਆ, ਅਨਆਇਡੈਂਟੀਫਾਈਡ ਜਿਹੜਾ ਬੈਗੇਜ ਆ, ਉਹਨਾਂ ਦੀ ਅਸੀਂ ਚੈਕਿੰਗ ਕਰ ਰਹੇ ਹਾਂ। ਉਸ ਤੋਂ ਇਲਾਵਾ ਹਰੇਕ ਥਾਣੇ 'ਚ ਇੱਕ ਸਟਰੋਂਗ ਨਾਕਾਬੰਦੀ ਕਰਕੇ ਜਿਹੜੇ ਵਿਦਆਊਟ ਨੰਬਰ ਵਹੀਕਲਸ ਆ ਤੇ ਸਸਪੀਸ਼ੀਅਸ ਵਹੀਕਲਸ ਆ ਉਹਨਾਂ ਦੀ ਵੀ ਅਸੀਂ ਚੈਕਿੰਗ ਕਰ ਰਹੇ ਹਾਂ। ਇਸ ਆਪਰੇਸ਼ਨ ਦੇ ਦੌਰਾਨ ਕਈ ਮੁਲਜ਼ਮਾਂ ਨੂੰ ਵੀ ਫੜਿਆ ਗਿਆ, ਜਿਨ੍ਹਾਂ ਦੇ ਵਿੱਚ ਕੁਝ ਨਸ਼ਾ ਤਸਕਰ ਵੀ ਨੇ। ਤਾਂ ਪੁਲਿਸ ਨੇ ਪੰਜਾਬ ਭਰ ਦੇ ਵਿੱਚ ਕਰੀਬ 500 ਥਾਵਾਂ ਦੇ ਉੱਤੇ ਇਕੱਠੇ ਇਹ ਸਰਚ ਆਪਰੇਸ਼ਨ ਚਲਾਇਆ। ਨਾਕੇਬੰਦੀ ਕੀਤੀ ਗਈ ਸੀ ਔਰ ਕਰੀਬ 5000 ਜਵਾਨਾਂ ਨੂੰ ਇਸ ਦੇ ਵਿੱਚ ਸ਼ਾਮਲ ਕੀਤਾ ਗਿਆ। ਨਵੇਂ ਸਾਲ ਤੋਂ ਪਹਿਲਾਂ ਜਦੋਂ ਪੁਲਿਸ ਇਸ ਤਰੀਕੇ ਨਾਲ ਮੁਸਤੈਦ ਨਜ਼ਰ ਆਵੇ, ਥਾਂ ਤੇ ਚੈਕਿੰਗ ਤੇ ਬਾਜ਼ ਵਰਗੀ ਅੱਖ ਆਪਰੇਸ਼ਨ ਈਗਲ ਦੇ ਜ਼ਰੀਏ ਰੱਖੀ ਜਾਵੇ, ਫਿਰ ਫਰਕ ਤਾਂ ਪੈਂਦਾ ਹੈ। ਉਧਰ ਤਰਨਤਾਰਨ ਦੇ ਹਲਕਾ ਪੱਟੀ ਦੇ ਵਿੱਚ ਪੈਦਲ ਤੁਰੇ ਜਾਂਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਤੇ ਨੌਜਵਾਨ ਘਰੋਂ ਨਿਕਲਿਆ ਤਾਂ ਪਿੱਛੋਂ ਆਏ ਕੁਝ ਬਦਮਾਸ਼ਾਂ ਨੇ ਉਸ ਦੇ ਉੱਤੇ ਫਾਇਰਿੰਗ ਕਰ ਦਿੱਤੀ, ਜਿਸ ਕਾਰਨ ਨੌਜਵਾਨ ਸਾਜਨ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਪਰਿਵਾਰ ਨੇ ਕੁਝ ਲੋਕਾਂ ਦੇ ਉੱਤੇ ਕਤਲ ਦਾ ਸ਼ੱਕ ਜਤਾਇਆ ਹੈ। ਪਤਾ ਲੱਗਾ ਇਹ ਕਿੰਨੇ ਮਾਰੀ ਆ? ਮ੍ਰਿਤਕ ਦਾ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਉਧਰ ਪੁਲਿਸ ਨੇ ਕਤਲ ਦੀ ਵਜ੍ਹਾ ਪੁਰਾਣੀ ਰੰਜਿਸ਼ ਨੂੰ ਦੱਸਿਆ। ਫਿਲਹਾਲ ਮਾਮਲਾ ਜਾਂਚ ਅਧੀਨ ਹੈ। ਇੱਕ ਗੋਲੀ ਫਾਇਰ ਜਿਹੜਾ ਉਹਦੇ ਲੱਗਾ ਤੇ ਉਹਨੂੰ ਹਸਪਤਾਲ ਲੈ ਗਏ। ਠੀਕ ਹੈ ਜੀ, ਉਹਨਾਂ ਦੇ ਖਿਲਾਫ ਜਿਹੜੀ ਉਹਨਾਂ ਦੇ ਹਸਪਤਾਲ ਜਾ ਕੇ ਪਤਾ ਕੀਤਾ ਤੇ ਉਹਨੂੰ ਹਸਪੀਟਲ ਜਿਹੜਾ ਉਹਨੂੰ ਡੈਡ ਕਰਾਰ ਦਿੱਤਾ ਗਿਆ। ਉਹਦੀ ਡੈਡ ਬੋਡੀ ਨੂੰ ਅਸੀਂ ਜਿਹੜਾ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਰਹੇ ਆ ਤੇ ਜਿਹੜੇ ਵੀ ਇਹਨੇ ਬਿਆਨ ਲਿਖਾਉਂਦੇ ਆ, ਜਿਨ੍ਹਾਂ ਦੇ ਖਿਲਾਫ ਬਿਆਨ ਲਿਖਾਉਣਗੇ ਉਹਨਾਂ ਦੇ ਖਿਲਾਫ ਕਾਨੂੰਨ ਤਹਿਤ ਕਾਰਵਾਈ ਹੋਵੇਗੀ। ਪਰਿਵਾਰ ਨੇ ਕੁਝ ਵਿਅਕਤੀਆਂ ਦੇ ਨਾਮ ਪੁਲਿਸ ਨੂੰ ਦਿੱਤੇ ਅਤੇ ਮੁਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਹੈ। ਖੈਰ, ਦਿਨ ਦਿਹਾੜੇ ਜੇਕਰ ਇਸ ਤਰੀਕੇ ਨਾਲ ਗੋਲੀਆਂ ਮਾਰ ਦਿੱਤੀਆਂ ਜਾਣ ਤਾਂ ਸਵਾਲ ਤਾਂ ਲਾਜ਼ਮੀ ਤੌਰ ਤੇ ਉੱਠਣਗੇ। ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਖਬਰ ਤੋਂ ਪਹਿਲਾਂ ਅੱਜ ਦਾ ਸਵਾਲ ਮਸ਼ੀਨ ਗਨ ਦੇ ਨਾਲ ਜੁੜਿਆ ਹੋਇਆ ਹੈ। ਇਹ ਸਵਾਲ ਇਸ ਕਰਕੇ ਵੀ ਹੈ ਕਿਉਂਕਿ ਜਿਸ ਤਰੀਕੇ ਦੀ ਘਟਨਾ ਹੋਈ ਔਰ ਖਾਸ ਤੌਰ ਤੇ ਸਿੱਧੂ ਮੂਸੇਵਾਲਾ ਦੇ ਪਿੰਡ ਦੇ ਵਿੱਚ ਜਿਹੜੀ ਸੁਰੱਖਿਆ ਵਧਾਈ ਗਈ ਹੈ, ਉੱਥੇ ਵੀ LMG ਲਾਈਟ ਮਸ਼ੀਨ ਗਨ ਤੈਨਾਤ ਕੀਤੀ ਗਈ ਹੈ ਇੱਕ ਗੱਡੀ ਦੇ ਉੱਤੇ। ਇਸ ਕਰਕੇ ਵੀ ਇਸ ਦੇ ਨਾਲ ਜੁੜਿਆ ਹੋਇਆ ਸਵਾਲ ਅਸੀਂ ਪੁੱਛ ਰਹੇ ਹਾਂ। ਸਵਾਲ ਹੈ ਕਿ ਮਸ਼ੀਨ ਗਨ ਕਿਸਨੇ ਬਣਾਈ ਹੈ, ਕਿਸਨੇ ਇਜਾਦ ਕੀਤੀ? 4 ਆਪਸ਼ਨ ਤੁਹਾਨੂੰ ਦੇ ਰਹੇ ਹਾਂ। A ਰਿਚਰਡ ਜਾਰਡਨ, B ਹਿਰੇਮ ਮੈਕਸਿਕਮ और ऑप्शन सी पॉल माउजर या फिर ऑप्शन डी सैमुअल कॉलट। सही जवाब किया है इस प्रोग्राम के दौरान ਅਸੀਂ ਤੁਹਾਡੇ तक ਪਹੁੰਚਾਵਾਂਗੇ और पूरी जानकारी कि आखिर कदों मशीन गन बनी और किस तरीके नाल ਜਿਹੜਾ ਗਨ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਕਿਸ ਤਰੀਕੇ ਨਾਲ ਵੱਖ-ਵੱਖ ਇਨਵੈਂਸ਼ਨਸ ਇਸ ਦੇ ਵਿੱਚ ਹੁੰਦੀਆਂ ਗਈਆਂ। ਅੱਜ ਦੀ ਡੇਟ ਦੇ ਵਿੱਚ ਬਹੁਤ ਘਾਤਕ ਹਥਿਆਰ ਦੇਸ਼ ਦੀਆਂ ਫੌਜਾਂ ਦੇ ਕੋਲ ਹੁੰਦੇ ਨੇ ਤੇ ਉਸ ਦੇ ਵਿੱਚ ਇੱਕ ਅਹਿਮ ਮਸ਼ੀਨ ਗਨ ਨੂੰ ਵੀ ਕਿਹਾ ਜਾਂਦਾ ਹੈ। ਹੁਣ ਅੱਗੇ ਵਧਦੇ ਹਾਂ ਤੇ ਗੱਲ ਹੋਵੇਗੀ ਪਾਕਿਸਤਾਨ ਦੀ। ਪਾਕਿਸਤਾਨ ਕੋਸ਼ਿਸ਼ ਕਰਦਾ ਹੈ ਡਰੋਨ ਦੇ ਜ਼ਰੀਏ ਭਾਰਤ ਦੇ ਵਿੱਚ ਕਦੇ ਹਥਿਆਰ ਤੇ ਕਦੇ ਨਸ਼ਾ ਭੇਜਣ ਦੀ, ਪਰ ਦੂਜੇ ਪਾਸੇ ਖੁਦ ਪਾਕਿਸਤਾਨ ਦੇ ਅੰਦਰ ਕੀ ਹਾਲਾਤ ਨੇ ਉਹ ਬਹੁਤ ਚਿੰਤਾਜਨਕ ਨੇ। ਕੁਝ ਤਸਵੀਰਾਂ ਆਈਆਂ ਨੇ ਸਾਹਮਣੇ। ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਵਿੱਚ ਇੱਕ ਆਤਮਘਾਤੀ ਹਮਲਾ ਹੋਇਆ। ਇਹ ਅਟੈਕ ਇੱਕ ਕਾਰ ਦੇ ਵਿੱਚ ਕੀਤਾ ਗਿਆ। ਬਲਾਸਟ ਤੋਂ ਬਾਅਦ ਇਲਾਕੇ ਦੇ ਵਿੱਚ ਹਫੜਾ ਦਫੜੀ ਮਚ ਗਈ। ਬਲਾਸਟ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਜਦਕਿ 6 ਲੋਕ ਜ਼ਖਮੀ ਹੋ ਗਏ ਨੇ। ਦੱਸਿਆ ਜਾ ਰਿਹਾ ਕਿ ਪੁਲਿਸ ਨੇ ਇੱਕ ਸ਼ੱਕੀ ਕਾਰ ਨੂੰ ਰੋਕਿਆ ਸੀ। ਜਿਸ ਕਾਰ ਨੂੰ ਰੋਕਿਆ ਗਿਆ ਉਸ ਦੇ ਵਿੱਚ ਇੱਕ ਪੁਰਸ਼ ਅਤੇ ਇੱਕ ਮਹਿਲਾ ਸਵਾਰ ਸਨ। ਅਧਿਕਾਰੀਆਂ ਨੇ ਸ਼ੱਕੀ ਪਾਏ ਜਾਣ ਤੋਂ ਬਾਅਦ ਗੱਡੀ ਦੀ ਤਲਾਸ਼ੀ ਲਈ। ਦੋਵੇਂ ਕਾਰ ਤੋਂ ਬਾਹਰ ਆਏ ਅਤੇ ਅਧਿਕਾਰੀਆਂ ਦੇ ਵੱਲੋਂ ਚੈਕਿੰਗ ਕੀਤੇ ਜਾਣ ਦੇ ਦੌਰਾਨ ਨੌਜਵਾਨ ਕਿਸੇ ਬਹਾਨੇ ਮੁੜ ਤੋਂ ਗੱਡੀ ਦੇ ਅੰਦਰ ਗਿਆ ਅਤੇ ਉਸਨੇ ਖੁਦ ਨੂੰ ਉਡਾ ਲਿਆ। ਇਸ ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ। ਵਾਇਰਲ ਵੀਡੀਓ ਦੇ ਵਿੱਚ ਇੱਕ ਗੱਡੀ ਸੜਦੀ ਹੋਈ ਨਜ਼ਰ ਆਉਂਦੀ ਹੈ। ਆਲੇ ਦੁਆਲੇ ਕੁਝ ਲੋਕ ਵੀ ਨਜ਼ਰ ਆ ਰਹੇ ਨੇ। ਯਾਰ ਆਪਣੇ ਘਰ ਦੇ ਵਿੱਚ ਇਹ ਹਾਲਾਤ ਹੋਣ ਤੇ ਦੂਜੇ ਪਾਸੇ ਸਾਜ਼ਿਸ਼ਾਂ ਗੁਆਂਢੀ ਮੁਲਕ ਦੇ ਵਿੱਚ ਜਿਹੜੀ ਅਮਨ ਕਾਨੂੰਨ ਨੂੰ ਖਰਾਬ ਕਰਨ ਦੇ ਉੱਤੇ ਫੋਕਸ ਨਜ਼ਰ ਆਵੇ, ਫਿਰ ਫਰਕ
ਤਾਂ ਪੈਂਦਾ ਹੈ। ਅਗਲੀ ਖਬਰ ਜਲਾਲਾਬਾਦ ਤੋਂ ਹੈ। ਜਲਾਲਾਬਾਦ ਦੇ ਪਿੰਡ ਮਹਾਲਮ ਦੇ ਵਿੱਚ ਹਜ਼ਾਰਾਂ ਲੀਟਰ ਗੈਰ ਕਾਨੂੰਨੀ ਸ਼ਰਾਬ ਬਰਾਮਦ ਕੀਤੀ ਗਈ ਤੇ ਉਸ ਨੂੰ ਨਸ਼ਟ ਵੀ ਕਰ ਦਿੱਤਾ ਗਿਆ। ਐਕਸਾਈਜ਼ ਵਿਭਾਗ ਅਤੇ ਠੇਕੇਦਾਰਾਂ ਨੇ ਪਿੰਡ ਦੇ ਵਿੱਚ ਅਚਨਚੇਤ ਛਾਪੇਮਾਰੀ ਕੀਤੀ ਅਤੇ ਘਰਾਂ ਦੇ ਵਿੱਚ ਪਏ ਗੈਰ ਕਾਨੂੰਨੀ ਸ਼ਰਾਬ ਦੇ ਡਰਮ ਦੇਖ ਕੇ ਸਭ ਦੇ ਹੋਸ਼ ਉੱਡ ਗਏ। ਸ਼ਰਾਬ ਇੰਜ ਰੱਖੀ ਗਈ ਸੀ ਜਿਵੇਂ ਪਾਣੀ ਭਰ ਕੇ ਰੱਖਿਆ ਗਿਆ ਹੋਵੇ ਤੇ ਮੌਕੇ ਤੇ ਹੀ ਨਜਾਇਜ਼ ਅਤੇ ਨਕਲੀ ਸ਼ਰਾਬ ਨੂੰ ਨਸ਼ਟ ਕਰ ਦਿੱਤਾ ਗਿਆ ਤੇ ਪੁਲਿਸ ਨੇ ਮੁਲਜ਼ਮਾਂ ਦਾ ਸਾਰਾ ਸਮਾਨ ਕਬਜ਼ੇ ਦੇ ਵਿੱਚ ਵੀ ਲੈ ਲਿਆ। ਇਲਜ਼ਾਮ ਨੇ ਕਿ ਇਹ ਸ਼ਰਾਬ ਖਤਰਨਾਕ ਤਰੀਕੇ ਦੇ ਨਾਲ ਵੇਚਣ ਦੇ ਲਈ ਕੱਢੀ ਜਾਂਦੀ ਹੈ, ਜਿਸ ਨੂੰ ਪੀ ਕੇ ਕਈ ਵਾਰ ਲੋਕਾਂ ਦੀ ਮੌਤ ਤੱਕ ਹੋ ਜਾਂਦੀ ਹੈ, ਪਰ ਇਸ ਦੇ ਬਾਵਜੂਦ ਇਹ ਲੋਕ ਆਪਣਾ ਧੰਦਾ ਛੱਡਣ ਨੂੰ ਤਿਆਰ ਨਹੀਂ। ਹੁਣ ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਖਬਰ ਹੈ ਹਿਮਾਚਲ ਤੋਂ। ਹਿਮਾਚਲ ਘੁੰਮਣ ਆਏ ਦਿੱਲੀ ਦੇ 4 ਨੌਜਵਾਨਾਂ ਨੂੰ ਨਸ਼ੇ ਦੀ ਹਾਲਤ ਦੇ ਵਿੱਚ ਹੁੜਦੰਗ ਮਚਾਉਣਾ ਮਹਿੰਗਾ ਪੈ ਗਿਆ ਤੇ ਕੁਝ ਇਸ ਤਰੀਕੇ ਨਾਲ ਸਨਰੂਫ ਖੋਲ ਕੇ ਆਪਣੀ ਗੱਡੀ ਦਾ ਹਿਮਾਚਲ ਦੀਆਂ ਸੜਕਾਂ ਦੇ ਉੱਤੇ ਹੁੜਦੰਗ ਮਚਾਉਂਦੇ ਹੋਏ ਇਹ ਨੌਜਵਾਨ ਨਜ਼ਰ ਆ ਰਹੇ। ਕੁੱਲੂ ਮਨਾਲੀ ਤੋਂ ਵਾਪਸ ਪਰਤ ਰਹੇ ਸਨ। ਇਸ ਦੌਰਾਨ ਜਦੋਂ ਬਿਲਾਸਪੁਰ ਤੋਂ ਲੰਘੇ ਤਾਂ ਇਹਨਾਂ ਨੇ ਹੁੜਦੰਗ ਮਚਾਉਣਾ ਸ਼ੁਰੂ ਕਰ ਦਿੱਤਾ। ਇਹਨਾਂ ਦੇ ਵਿੱਚੋਂ ਇੱਕ ਨੌਜਵਾਨ ਕਾਰ ਦੇ ਸਨਰੂਫ ਦੇ ਉੱਤੇ ਅਰਧਨਗਨ ਹੋ ਕੇ ਛੱਤ ਤੇ ਬੈਠ ਕੇ ਰਾਹ ਦੇ ਵਿੱਚ ਗਾਲਾਂ ਕੱਢਦਾ ਜਾ ਰਿਹਾ ਸੀ। ਪਿੱਛੇ ਤੋਂ ਜਾ ਰਿਹਾ ਕੋਈ ਸ਼ਖਸ ਇਹਨਾਂ ਦਾ ਵੀਡੀਓ ਬਣਾਉਂਦਾ ਰਿਹਾ। ਦੱਸਿਆ ਜਾ ਰਿਹਾ ਕਿ ਜਦੋਂ ਇਹ ਨੌਜਵਾਨ ਬਿਲਾਸਪੁਰ ਬੱਸ ਅੱਡੇ ਪਹੁੰਚੇ ਤਾਂ ਪੁਲਿਸ ਨੇ ਰੁਕਣ ਦਾ ਵੀ ਇਸ਼ਾਰਾ ਕੀਤਾ ਤਾਂ ਇਹ ਪੁਲਿਸ ਨੂੰ ਵੀ ਗਾਲਾਂ ਕੱਢਦੇ ਹੋਏ ਉੱਥੋਂ ਕਾਰ ਭਜਾ ਕੇ ਫਰਾਰ ਹੋ ਗਏ, ਜਿਸ ਤੇ ਪੁਲਿਸ ਨੇ ਇਹਨਾਂ ਦਾ ਪਿੱਛਾ ਕੀਤਾ ਅਤੇ ਕੁਝ ਦੂਰੀ ਦੇ ਉੱਤੇ ਹੀ ਲਖਨਪੁਰ ਦੇ ਕੋਲ ਕਾਬੂ ਕਰ ਲਿਆ। ਹਾਲਾਂਕਿ ਬਾਅਦ ਦੇ ਵਿੱਚ ਹੁੜਦੰਗ ਮਚਾਉਣ ਵਾਲੇ ਇਹਨਾਂ ਚਾਰੇ ਨੌਜਵਾਨਾਂ ਨੂੰ ਪੁਲਿਸ ਨੇ ਵਾਰਨਿੰਗ ਦੇ ਕੇ ਛੱਡ ਦਿੱਤਾ। ਤਾਂ ਸਨਰੂਫ ਵਾਲੀ ਗੱਡੀ ਦੇ ਵਿੱਚ ਬਹਿ ਕੇ ਜੇਕਰ ਇਹ ਲੱਗਦਾ ਹੋਵੇ ਕਿਸੇ ਨੂੰ ਕਿ ਹੁਣ ਕਾਨੂੰਨ ਉਸ ਦੇ ਲਈ ਨਹੀਂ ਹੈ ਤਾਂ ਫਿਰ ਉਸ ਦੇ ਲਈ ਪੁਲਿਸ ਇਲਾਜ ਕਰ ਦਿੰਦੀ ਹੈ। ਖੈਰ, ਜਦੋਂ ਮਹਿੰਗੀ ਗੱਡੀ ਦੇ ਵਿੱਚ ਬੈਠ ਕੇ ਕਾਨੂੰਨ ਨੂੰ ਛਿੱਕੇ ਟੰਗਿਆ ਜਾਵੇ ਫਿਰ ਫਰਕ ਤਾਂ ਪੈਂਦਾ। ਉਧਰ ਅੰਮ੍ਰਿਤਸਰ ਦੇ ਵਿੱਚ ਡੀਜ਼ਲ ਕਹਿ ਕੇ ਪਾਣੀ ਵੇਚਣ ਵਾਲਾ ਇੱਕ ਠੱਗ ਮਾੜੀ ਕਿਸਮਤ ਦਾ ਸ਼ਿਕਾਰ ਹੋ ਗਿਆ ਤੇ ਠੱਗ ਇੱਕੋ ਵਿਅਕਤੀ ਨੂੰ ਅਣਜਾਣਪੁਣੇ ਦੇ ਵਿੱਚ ਦੂਜੀ ਵਾਰ ਡੀਜ਼ਲ ਵੇਚਣ ਗਿਆ ਤੇ ਵਿਅਕਤੀ ਨੇ ਠੱਗ ਨੂੰ ਕਾਬੂ ਕਰ ਲਿਆ। ਮਾਮਲਾ ਉਸ ਵੇਲੇ ਸ਼ੁਰੂ ਹੋਇਆ ਸੀ ਜਦੋਂ ਪਹਿਲੀ ਵਾਰ ਠੱਗ ਨੇ 100 ਲੀਟਰ ਪਾਣੀ ਦੇ ਵਿੱਚ 2 ਲੀਟਰ ਡੀਜ਼ਲ ਮਿਲਾ ਕੇ ਉਸ ਸ਼ਖਸ ਤੋਂ 2100 ਰੁਪਏ ਠੱਗੇ ਸਨ। ਮੈਂ ਇਹਨੂੰ ਆਖਿਆ, ਮੈਂ ਕਿਹਾ ਭਾਈ ਡੀਜ਼ਲ ਤਾਂ ਤੇਰੇ ਕੋਲ ਲੈ ਲਾਂਗੇ ਪਰ ਅਸਕਰ ਗਵਰਨਮੈਂਟ ਦੀ ਚੋਰੀ ਹੈ ਤੇ ਇਹਨੂੰ ਤਾਂ ਆਪਾਂ ਡੀਜ਼ਲ ਆਪਾਂ ਫਿਰ ਵਰਤਾਂਗੇ ਤਾਂ ਅਸੀਂ ਵੀ ਦੋਸ਼ੀ ਹਾਂ। ਇਹਨੇ ਮੇਰੇ ਪੈਰਾਂ ਨੂੰ ਹੱਥ ਲਾਇਆ ਤੇ ਇਹਨੇ ਮੇਰੇ ਕੋਲ 2100 ਰੁਪਇਆ ਲਿਆ। ਮੈਂ ਘਰੇ ਜਾ ਕੇ ਚੈੱਕ ਕੀਤਾ, ਉਹ 'ਚ 1.5 ਲੀਟਰ ਡੀਜ਼ਲ ਹੀ ਉੱਤੇ, ਬਾਕੀ ਪਾਣੀ। ਉਧਰ ਕਾਬੂ ਆਏ ਠੱਗ ਮੁਤਾਬਕ ਉਹ ਨਸ਼ੇ ਦਾ ਆਦੀ ਹੈ ਤੇ ਨਸ਼ੇ ਦੀ ਪੂਰਤੀ ਦੇ ਲਈ ਜਿਵੇਂ ਕਿਵੇਂ ਦਾ ਲੱਗਦਾ ਹੈ ਉਵੇਂ ਹੀ ਉਹ ਲੋਕਾਂ ਨੂੰ ਬੇਵਕੂਫ ਬਣਾ ਕੇ ਪੈਸੇ ਠੱਗਦਾ ਹੈ। ਮੈਂ ਭਾਈ ਨਸ਼ਾ ਪੱਤਾ ਕਰਦਾ। ਨਸ਼ਾ ਪਤਾ ਕਰਦਾ ਹੈ? ਕੀ ਨਸ਼ਾ ਕਰਦਾ ਹੈ? ਸਮਾਨ ਲਾਉਣਾ। ਰੋਜ਼ ਕਿੰਨੇ ਦਾ ਚਿੱਟਾ ਪੀ ਜਾਂਦਾ? ਪੀ ਜਾਂਦੇ ਭਾਈ 500 ਤੇ ਜਿੱਦਣ ਨਹੀਂ ਵੇਚਦਾ ਤੇ ਉਦੋਂ ਕੀ ਕਰਦਾ ਫਿਰ ਭਾਈ ਰਹਿਣਾ ਪੈਂਦਾ ਟੋਲ 'ਚ, ਗੋਲੀ ਖਾ ਲੇ ਜਾਂ ਕੋਈ ਏਦਾਂ। ਕਾਬੂ ਚ ਆਏ ਠੱਗ ਨੂੰ ਪੀੜਤ ਵਿਅਕਤੀ ਨੇ ਪੁਲਿਸ ਦੇ ਹਵਾਲੇ ਕਰ ਦਿੱਤਾ, ਜਿਸ ਤੇ ਹੁਣ ਪੁਲਿਸ ਨੇ ਕਾਰਵਾਈ ਦੀ ਗੱਲ ਕਹੀ ਹੈ। ਟੈਲੀਫੋਨ ਤੇ ਸਾਨੂੰ ਇਨਫੋਰਮੇਸ਼ਨ ਦਿੱਤੀ ਆ, ਹੁਣ ਅਸੀਂ ਲੈ ਕੇ ਚੱਲੇ ਆ ਇਹਨੂੰ। ਇਤੋਂ ਬਾਅਦ ਤਫਤੀਸ਼ ਵੇਨੇ ਕੀ ਨਿਕਲਦਾ। ਵਰਿੰਦਰ ਦਾ ਨਾਮ ਹੈ ਮੁੰਡੇ ਦਾ। ਇਹ ਗਾ ਚੈੱਕ ਕਰਦੇ ਆ ਵੀ ਤੇਲ ਹੈ ਕੀ ਚੀਜ਼ ਹੈ ਕੀ ਨਹੀਂ, ਦੋਨਾਂ ਤਫਤੀਸ਼ ਦੇ ਬਾਅਦ ਹੀ ਪਤਾ। ਠੱਗ ਨੇ ਦਿਮਾਗ ਚਲਾਇਆ ਪਰ ਮਾੜੀ ਕਿਸਮਤ ਨੇ ਉਸ ਨੂੰ ਫਸਾ ਦਿੱਤਾ। ਦੂਜੇ ਪਾਸੇ ਡੀਜ਼ਲ ਸੋਚ ਕੇ ਪਾਣੀ ਖਰੀਦਣ ਵਾਲੇ ਨੇ ਪੈਸੇ ਬਚਾਉਣ ਦੀ ਸੋਚੀ। ਇਹ ਡੀਜ਼ਲ ਕੰਪਨੀ ਉਸ ਦੀ ਲੱਖਾਂ ਦੀ ਗੱਡੀ ਨੂੰ ਨੁਕਸਾਨ ਪਹੁੰਚਾ ਸਕਦਾ ਸੀ। ਤਾਂ ਡਰਮ ਦੇ ਵਿੱਚ ਹੇਠਾਂ ਪਾਣੀ ਸੀ, ਹੇਠਾਂ ਉੱਪਰ ਡੀਜ਼ਲ, ਯਾਨੀ ਕਿ ਕਰੀਬ ਜੇ 20 ਲੀਟਰ ਵੀ ਸੀ ਤਾਂ ਉਸ ਦੇ ਵਿੱਚ 1.5-2 ਲੀਟਰ ਹੀ ਸਿਰਫ ਡੀਜ਼ਲ ਸੀ। ਖੈਰ, ਜੇਕਰ ਤੁਸੀਂ ਵੀ ਇਸ ਤਰੀਕੇ ਨਾਲ ਕਦੇ ਕਿਸੇ ਨਾਲ ਮਿਲੇ ਹੋਵੋ ਜੋ ਤੁਹਾਨੂੰ ਕਹਿ ਰਿਹਾ ਹੋਵੇ ਕਿ ਸਸਤਾ ਡੀਜ਼ਲ ਹੈ ਲੈ ਲਓ, ਕਈ ਵਾਰ ਲੋਕ ਚੋਰੀ ਦਾ ਵੀ ਜ਼ਿਕਰ ਕਰ ਦਿੰਦੇ ਨੇ ਜਾਂ ਕਹਿ ਦਿੰਦੇ ਨੇ ਕਿ ਫਾਲਤੂ ਹੈ ਇਸ ਕਰਕੇ ਅਸੀਂ ਵੇਚਣਾ ਹੈ, ਤਾਂ ਫਿਰ ਥੋੜਾ ਧਿਆਨ ਰੱਖਣਾ ਕਿ ਕਿਤੇ ਡੀਜ਼ਲ ਦੇ ਰੂਪ ਦੇ ਵਿੱਚ ਤੁਹਾਨੂੰ ਕੋਈ ਪਾਣੀ ਨਾ ਵੇਚ ਜਾਵੇ। ਖੈਰ, ਜਦੋਂ ਇਸ ਤਰੀਕੇ ਨਾਲ ਕੋਈ ਠੱਗੀ ਕਰਨ ਦੀ ਕੋਸ਼ਿਸ਼ ਕਰੇ ਫਿਰ ਫਰਕ ਤਾਂ ਪੈਂਦਾ ਹੈ। ਉਧਰ ਕਪੂਰਥਲਾ ਦੇ ਸ਼ਹੀਦ ਭਗਤ ਸਿੰਘ ਚੌਕ ਦੇ ਵਿੱਚ ਜੰਮ ਕੇ ਹੰਗਾਮਾ ਹੋਇਆ ਜਦੋਂ ਇੱਕ SHO ਦੀ ਕਾਰ ਨੇ ਐਕਟਿਵਾ ਸਵਾਰ ਨੂੰ ਟੱਕਰ ਮਾਰੀ। ਤੇ ਟੱਕਰ ਕਾਰਨ ਸਕੂਟੀ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਜਿਸ ਨੂੰ ਲੈ ਕੇ ਐਕਟਿਵਾ ਸਵਾਰ ਤੇ SHO ਦੇ ਵਿਚਾਲੇ ਬਹਿਸਬਾਜ਼ੀ ਸ਼ੁਰੂ ਹੋ ਗਈ। ਲੋਕਾਂ ਨੇ SHO ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਉਂਦਿਆਂ ਸਕੂਟੀ ਠੀਕ ਕਰਵਾਉਣ ਦੇ ਲਈ ਪੈਸਿਆਂ ਦੀ ਮੰਗ ਕੀਤੀ।
ਪੁਲਿਸ ਮੁਲਾਜ਼ਮ ਥਾਣਾ ਕੋਤਵਾਲੀ ਕਪੂਰਥਲਾ ਦੇ ਵਿੱਚ ਬਤੌਰ ਐਸਐਚਓ ਤੈਨਾਤ ਹੈ ਤੇ ਸਕੂਟੀ ਮਾਲਕ ਨੂੰ ਪੈਸੇ ਥਾਣੇ ਆ ਕੇ ਲੈ ਕੇ ਜਾਣ ਦੇ ਲਈ ਕਹਿੰਦਾ ਰਿਹਾ, ਪਰ ਸਕੂਟੀ ਮਾਲਕ ਨੇ ਮੌਕੇ ਤੇ ਹੀ ਹਰਜ਼ਾਨੇ ਦੀ ਮੰਗ ਕੀਤੀ। ਮੈਂ ਤੈਨੂੰ ਆਖਿਆ ਵੀ ਅਸੀਂ ਆ ਰਹੇ ਸੀ, ਸਾਡੀ ਗੱਡੀ ਦੇ ਵਿੱਚ ਇਹਨਾਂ ਨੇ ਗੱਡੀ ਮਾਰਤੀ। ਹਾਂਜੀ, ਮੈਂ ਉਹਨੂੰ ਆਖਿਆ ਵੀ ਗੱਡੀ ਇੱਥੇ ਹੀ ਰੋਕ ਲਾ। ਮੈਂ ਉਹਨੂੰ ਆਖਿਆ ਭਾਈ ਸਾਹਿਬ ਤੂੰ ਸ਼ਰਾਬ ਕਿਉਂ ਪੀਤੀ, ਇਸ ਗੱਲ ਹੋਈ। ਮੈਂ ਉਹਨੂੰ ਆਖਿਆ ਤੂੰ ਇੱਧਰ ਆ ਯਾਰ, ਪਾਸੇ ਕਰ ਲੈ, ਅਸੀਂ ਪਾਸੇ ਹੋ ਜੰਨੇ ਗੱਡੀ ਕਰਕੇ। ਉਹ ਸਵੈਕੀ ਤੁਹਾਡੀ ਐਕਟਿਵਾ ਅੱਗੇ ਆ ਜੋ ਨਾ ਮੇਰੇ ਹਾਲਾਂਕਿ ਇਹ ਪੂਰਾ ਡਰਾਮਾ ਕਈ ਘੰਟੇ ਚੱਲਦਾ ਰਿਹਾ, ਪਰ ਪੁਲਿਸ ਅਤੇ ਪੀਸੀਆਰ ਮੁਲਾਜ਼ਮ ਇਸ ਪੰਗੇ ਤੋਂ ਦੂਰ ਹੀ ਰਹੇ ਤੇ ਕੋਈ ਵੀ ਬਿਆਨ ਦੇਣ ਤੋਂ ਬਚਦੇ ਨਜ਼ਰ ਆਏ। ਤਾਂ ਹੰਗਾਮਾ ਤਾਂ ਜ਼ਰੂਰ ਹੁੰਦਾ ਰਿਹਾ। ਖੈਰ ਹਰਜਾਨਾ ਦੇਣਾ ਪਿਆ ਨਹੀਂ ਦੇਣਾ ਪਿਆ, ਇਹ ਵੀ ਪੁਲਿਸ ਵਾਲੇ ਨੇ ਕਿਹਾ ਕਿ ਆ ਕੇ ਤੁਸੀਂ ਥਾਣੇ ਹਰਜਾਨਾ ਲੈ ਜਾਓ। ਖੈਰ ਜਦੋਂ ਕੋਈ ਔਨ ਰੋਡ ਡਰਿੰਕ ਕਰਕੇ ਡਰਾਈਵ ਕਰੇ ਫਿਰ ਫਰਕ ਤਾਂ ਪੈਂਦਾ ਹੈ। ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਗੱਲ ਹੋਵੇਗੀ ਹੁਣ 23 ਦਸੰਬਰ ਦੇ ਇਤਿਹਾਸ ਦੀ। 23 ਦਸੰਬਰ ਦਾ ਇਤਿਹਾਸ ਕੀ ਕਹਿੰਦਾ ਉਹ ਤੁਹਾਨੂੰ ਦੱਸਾਂਗੇ। 23 ਦਸੰਬਰ ਦਾ ਇਤਿਹਾਸ ਜੁੜਿਆ ਹੋਇਆ ਕਿਸਾਨ ਦਿਵਸ ਦੇ ਨਾਲ। ਜੀ ਹਾਂ, 23 ਦਸੰਬਰ ਨੂੰ ਕਿਸਾਨ ਦਿਵਸ ਦੇ ਤੌਰ ਦੇ ਉੱਤੇ ਮਨਾਇਆ ਜਾਂਦਾ ਹੈ। ਇਸ ਦੀ ਵਜ੍ਹਾ ਹੈ ਕਿ ਅੱਜ ਦੇ ਹੀ ਦਿਨ ਭਾਰਤ ਦੇ 5ਵੇਂ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦਾ ਜਨਮ ਹੋਇਆ ਸੀ, ਜਿਨ੍ਹਾਂ ਨੇ ਕਿਸਾਨਾਂ ਦੀ ਜ਼ਿੰਦਗੀ ਅਤੇ ਸਥਿਤੀਆਂ ਨੂੰ ਵਧੀਆ ਬਣਾਉਣ ਦੇ ਲਈ ਕਈ ਨੀਤੀਆਂ ਸ਼ੁਰੂ ਕੀਤੀਆਂ। ਭਾਰਤ ਸਰਕਾਰ ਨੇ ਸਾਲ 2001 ਦੇ ਵਿੱਚ ਚੌਧਰੀ ਚਰਨ ਸਿੰਘ ਦੇ ਸਨਮਾਨ ਦੇ ਵਿੱਚ ਹਰ ਸਾਲ 23 ਦਸੰਬਰ ਨੂੰ ਕਿਸਾਨ ਦਿਵਸ ਦੇ ਰੂਪ ਦੇ ਵਿੱਚ ਇਸ ਨੂੰ ਮਨਾਉਣ ਦਾ ਫੈਸਲਾ ਲਿਆ। ਫਰਕ ਤਾਂ ਪੈਂਦੇ ਦੇ ਵਿੱਚ ਵੇਲਾ ਹੋ ਚਲੇ ਇੱਕ ਛੋਟੇ ਜਿਹੇ ਬ੍ਰੇਕ ਦਾ, ਪਰ ਬ੍ਰੇਕ ਦੇ ਉਸ ਪਾਰ ਕੀ ਕੁਝ ਖਾਸ ਹੈ ਉਹ ਤੁਹਾਨੂੰ ਦਿਖਾਣੇ ਆ। ਬ੍ਰੇਕ ਦੇ ਉਸ ਪਾਰ ਤੁਹਾਨੂੰ ਦਿਖਾਵਾਂਗੇ ਕਿਵੇਂ ਲੋਕਤੰਤਰ ਦੇ ਉੱਤੇ ਭੀੜ ਤੰਤਰ ਭਾਰੀ ਪੈਂਦਾ ਹੋਇਆ ਨਜ਼ਰ ਆਇਆ ਹੈ। ਜੀ ਹਾਂ, ਕਿਤੇ ਭੀੜ ਦੇ ਹੱਥੇ ਸਨੈਚਰ ਚੜ ਗਏ ਤਾਂ ਫਿਰ ਉਹਨਾਂ ਦੀ ਕਿਵੇਂ ਕੁੱਟਮਾਰ ਕੀਤੀ ਗਈ, ਕਿਤੇ ਤਾਂ ਉਹਨਾਂ ਦੇ ਕੰਨ ਤੋਂ ਖੂਨ ਤਾਂ ਕੱਢ ਦਿੱਤਾ ਗਿਆ, ਤਾਂ ਕਿਤੇ ਝਪਟ ਮਾਰਾਂ ਨੂੰ ਨੰਗਾ ਕਰਕੇ ਕੁੱਟਿਆ ਗਿਆ ਤੇ ਫਿਰ ਘੁਮਾਇਆ ਗਿਆ। ਜੀ ਹਾਂ, ਲੋਕਾਂ ਨੇ ਫੜ ਕੇ ਡੰਡਿਆਂ ਦੇ ਨਾਲ ਜੰਮ ਕੇ ਕੁੱਟਮਾਰ ਕੀਤੀ ਹੈ, ਕੱਪੜੇ ਤੱਕ ਉਤਰਵਾ ਕੇ ਜਲੂਸ ਕੱਢਿਆ। ਤਾਂ ਮਾਝਾ ਦੇ ਵਿੱਚ ਇੱਕ ਚੋਰ ਨੂੰ ਫੜ ਕੇ ਖੰਭੇ ਦੇ ਨਾਲ ਬੰਨ ਕੇ ਕੁੱਟਿਆ ਗਿਆ। ਇਹ ਤਸਵੀਰਾਂ ਕਿੱਥੋਂ ਦੀਆਂ ਨੇ, ਕੀ ਕੁਝ ਪੂਰਾ ਮਾਮਲਾ ਹੈ, ਅਸੀਂ ਤੁਹਾਨੂੰ ਦੱਸਾਂਗੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।